ਗੁੱਡ ਆਫਟਰਨੂਨ ਡੀਅਰ ਸਟੂਡੈਂਟਸ। ਅੱਜ ਆਪਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਅਧੀਨ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਪੜ੍ਹਾਂਗੇ। ਪਹਿਲਾਂ ਆਪਾਂ ਪੜ੍ਹਿਆ ਸੀ ਵੀ ਅੰਗਰੇਜ਼ੀ ਜੋ ਈਸਟ ਇੰਡੀਆ ਕੰਪਨੀ ਸੀ ਉਸਨੇ ਭਾਰਤ ਵਿੱਚ ਕਿਵੇਂ ਵਪਾਰ ਕਰਨ ਦੇ ਲਈ ਆ ਕੇ ਇੱਥੇ ਪੂਰਨ ਰੂਪ ਵਿੱਚ ਕਬਜ਼ਾ ਕੀਤਾ। ਹੁਣ ਕੰਪਨੀ ਤੋਂ ਬਾਅਦ ਅੰਗਰੇਜ਼ਾਂ ਨੇ ਆਪਣਾ ਸਾਮਰਾਜ ਦਾ ਕਿਵੇਂ ਇੱਥੇ ਵਿਸਤਾਰ ਕੀਤਾ ਉਹ ਅੱਜ ਆਪਾਂ ਇਸ ਵੀਡੀਓ ਵਿੱਚ ਪੜ੍ਹਾਂਗੇ। ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਅਤੇ ਸੰਗਠਨ ਵਿੱਚ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਬਾਰਨ ਹੇਸਟਿੰਗ, ਲਾਰਡ ਹੇਸਟਿੰਗਸ ਅਤੇ ਲਾਰਡ ਡਲਹੌਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ। ਯੁੱਧ ਅਤੇ ਕੂਟਨੀਤੀ ਦੁਆਰਾ ਉਹਨਾਂ ਨੇ ਕਿਵੇਂ ਵਿਸਤਾਰ ਕੀਤਾ। ਲਾਰਡ ਕਲਾਈਵ, ਵਾਰਨ ਹੇਸਟਿੰਗ, ਕਾਰਨਵਾਲਿਸ ਅਤੇ ਸਰ ਜਾਨ ਸ਼ੋਰ ਦੇ ਅਧੀਨਤਾ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਦਾ ਆਰੰਭਿਕ ਵਿਕਾਸ ਹੀ ਸੀ। ਪਰੰਤੂ ਜਿਹੜੇ ਨਵੇਂ ਤਿੰਨ ਗਵਰਨਰ ਲਾਰਡ ਵੈਲਜ਼ਲੀ, ਲਾਰਡ ਹੇਸਟਿੰਗ ਅਤੇ ਲਾਰਡ ਡਲਹੌਜੀ ਦੇ ਕਾਲ ਵਿੱਚ 1798 ਤੋਂ 1857 ਈਸਵੀ ਵਿੱਚ ਇਸ ਦਾ ਬਹੁਤ ਜ਼ਿਆਦਾ ਵਿਸਤਾਰ ਹੋਇਆ। ਸਹਾਇਕ ਸੰਧੀ ਦੁਆਰਾ ਵਿਸਤਾਰ। ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ ਸੀ। ਉਸਨੇ ਇਸ ਪ੍ਰਣਾਲੀ ਦੇ ਅਧੀਨ ਹੈਦਰਾਬਾਦ ਦੇ ਨਿਜ਼ਾਮ ਅਤੇ ਅਵਧ ਦੇ ਨਵਾਬ ਅਤੇ ਹੋਰ ਰਿਆਸਤਾਂ ਦੇ ਸ਼ਾਸਕਾਂ ਨਾਲ ਸੰਧੀ ਕੀਤੀ। ਅੰਗਰੇਜ਼ ਸਰਕਾਰ ਇਹ ਸੰਧੀ ਕਰਨ ਵਾਲੇ ਰਾਜ ਦੀ ਉਸ ਵਿੱਚ ਹੋਣ ਵਾਲੇ ਵਿਦਰੋਹਾਂ ਅਤੇ ਬਾਹਰੀ ਹਮਲਿਆਂ ਤੋਂ ਰੱਖਿਆ ਕਰਦੀ ਹੈ ਅਤੇ ਇਸ ਦੇ ਬਦਲੇ ਰਾਜ ਨੂੰ ਅੰਗਰੇਜ਼ ਸਰਕਾਰ ਦੀਆਂ ਜਿਹੜੀਆਂ ਪ੍ਰਮੁੱਖ ਸ਼ਰਤਾਂ ਮੰਨਣੀਆਂ ਪੈਂਦੀਆਂ। ਉਹ ਸ਼ਰਤਾਂ ਕੀ ਸੀ? ਇੱਕ ਤਾਂ ਰਾਜ ਦੇ ਵਿਦੇਸ਼ੀ ਹਮਲਿਆਂ ਉੱਤੇ ਅੰਗਰੇਜ਼ੀ ਸਰਕਾਰ ਦਾ, ਵਿਦੇਸ਼ੀ ਮਾਮਲਿਆਂ ਉੱਪਰ ਅੰਗਰੇਜ਼ੀ ਸਰਕਾਰ ਦਾ ਅਧਿਕਾਰ ਹੁੰਦਾ ਸੀ। ਦੂਸਰਾ, ਰਾਜ ਦੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਹੁੰਦਾ ਸੀ ਅਤੇ ਰਾਜ ਦਾ ਸ਼ਾਸਕ ਕਿਸੇ ਵੀ ਵਿਦੇਸ਼ੀ ਸ਼ਕਤੀ ਨਾਲ ਕੋਈ ਸੰਬੰਧ ਨਹੀਂ ਰੱਖ ਸਕਦਾ ਸੀ। ਉਹ ਰਾਜ ਅੰਗਰੇਜ਼ਾਂ ਦੀ ਆਗਿਆ ਲਏ ਬਿਨਾਂ ਕਿਸੇ ਹੋਰ ਦੇਸ਼ ਨਾਲ ਜਿਹੜਾ ਯੁੱਧ ਨਹੀਂ ਕਰ ਸਕਦਾ ਸੀ। ਸੋ ਇਸ ਤਰ੍ਹਾਂ ਪੂਰਨ ਰੂਪ ਵਿੱਚ ਅੰਗਰੇਜ਼ਾਂ ਨੇ ਭਾਰਤ ਨੂੰ ਆਪਣੇ ਸਾਮਰਾਜ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਯੁੱਧਾਂ ਦੁਆਰਾ ਕਿਵੇਂ ਵਿਸਤਾਰ ਕੀਤਾ ਉਹਨਾਂ ਨੇ? ਪਹਿਲਾਂ ਅੰਗਰੇਜ਼ ਅਤੇ ਮੈਸੂਰ ਯੁੱਧ ਹੋਇਆ ਸੀ 1761 ਈਸਵੀ ਵਿੱਚ। ਹੈਦਰ ਅਲੀ ਜੋ ਮੈਸੂਰ ਦਾ ਸ਼ਾਸਕ ਸੀ ਹੈਦਰ ਅਲੀ ਨੇ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕੀਤੀ ਸੀ। ਇਸ ਕਰਕੇ ਅੰਗਰੇਜ਼ਾਂ ਨੇ ਹੈਦਰ ਅਲੀ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਹੈਦਰ ਅਲੀ ਦੇ ਦੁਸ਼ਮਣਾਂ ਨੂੰ ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ ਗੱਠਜੋੜ ਕਰ ਲਿਆ। ਇਸ ਲਈ ਦੋਹਾਂ ਸ਼ਕਤੀਆਂ ਦੇ ਵਿਚਕਾਰ 1767 ਤੋਂ 1769 ਵਿੱਚ ਮੈਸੂਰ ਦੀ ਪਹਿਲੀ ਲੜਾਈ ਹੋਈ। ਇਹਦੇ ਵਿੱਚ ਹੈਦਰ ਅਲੀ ਦੀ ਜਿੱਤ ਹੋਈ। ਸੋ ਅੰਗਰੇਜ਼ਾਂ ਨੂੰ ਉਸ ਨਾਲ ਸੰਧੀ ਕਰਨੀ ਪਈ। ਅੰਗਰੇਜ਼ਾਂ ਨੇ ਹੈਦਰ ਅਲੀ ਨੂੰ ਮਰਾਠਿਆਂ ਦੇ ਵਿਰੁੱਧ ਸਹਾਇਤਾ ਦੇਣ ਦਾ ਵਚਨ ਦਿੱਤਾ ਅਤੇ 1771 ਈਸਵੀ ਵਿੱਚ ਜਦੋਂ ਮਰਾਠਿਆਂ ਨੇ ਹੈਦਰ ਅਲੀ 'ਤੇ ਹਮਲਾ ਕੀਤਾ ਤਾਂ ਅੰਗਰੇਜ਼ਾਂ ਨੇ ਉਸ ਦੀ ਕੋਈ ਸਹਾਇਤਾ ਵੀ ਨਾ ਕੀਤੀ। ਇਸ ਕਾਰਨ 1780 ਈਸਵੀ ਵਿੱਚ ਦੋਹਾਂ ਦੇ ਵਿਚਕਾਰ ਮੈਸੂਰ ਦਾ ਯੁੱਧ ਸ਼ੁਰੂ ਹੋ ਗਿਆ ਅਤੇ 1782 ਈਸਵੀ ਵਿੱਚ ਹੈਦਰ ਅਲੀ ਦੀ ਮੌਤ ਹੋ ਗਈ। ਹੈਦਰ ਅਲੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸੀ ਟੀਪੂ ਸੁਲਤਾਨ, ਜਿਸ ਨੂੰ ਮੈਸੂਰ ਦਾ ਟਾਈਗਰ ਵੀ ਕਿਹਾ ਜਾਂਦਾ ਹੈ। ਉਹ ਮੈਸੂਰ ਦਾ ਨਵਾਂ ਸੁਲਤਾਨ ਬਣਿਆ ਸੀ। ਉਸ ਸਮੇਂ ਅੰਗਰੇਜ਼ਾਂ ਦੀ ਮੈਸੂਰ ਨਾਲ ਦੂਜੀ ਲੜਾਈ ਚੱਲ ਰਹੀ ਸੀ। ਟੀਪੂ ਸੁਲਤਾਨ ਨੇ ਇਸ ਲੜਾਈ ਨੂੰ ਜਾਰੀ ਰੱਖਿਆ। ਅੰਗਰੇਜ਼ਾਂ ਨੂੰ ਮਜਬੂਰ ਹੋ ਕੇ 1784 ਈਸਵੀ ਵਿੱਚ ਬੰਗਲੌਰ ਦੀ ਸੰਧੀ ਜੋ ਹੈ ਟੀਪੂ ਸੁਲਤਾਨ ਨਾਲ ਕਰਨੀ ਪਈ। ਇਸ ਤੋਂ ਪਿੱਛੋਂ ਅੰਗਰੇਜ਼ਾਂ ਨੇ 1799 ਈਸਵੀ ਵਿੱਚ ਦੁਬਾਰਾ ਮੈਸੂਰ 'ਤੇ ਹਮਲਾ ਕੀਤਾ। ਟੀਪੂ ਸੁਲਤਾਨ ਸ਼੍ਰੀ ਰੰਗਾਪਟਨਮ ਦੇ ਸਥਾਨ 'ਤੇ ਅੰਗਰੇਜ਼ਾਂ ਨਾਲ ਲੜਦਾ ਹੋਇਆ ਮਾਰਿਆ ਗਿਆ। ਅੰਗਰੇਜ਼ਾਂ ਨੇ ਮੈਸੂਰ ਦੇ ਬਹੁਤ ਸਾਰੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਅਤੇ ਬਾਕੀ ਹਿੱਸੇ ਪੁਰਾਣੇ ਮੈਸੂਰ ਦੇ ਰਾਜਕੁਮਾਰ ਕੇਸ਼ਵ ਰਾਓ ਨੂੰ ਦੇ ਦਿੱਤੇ। ਉਸਨੇ ਲਾਰਡ ਵੈਲਜ਼ਲੀ ਦੀ ਸਹਾਇਕ ਸੰਧੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਹੁਣ 1775 ਤੋਂ 1818 ਈਸਵੀ ਵਿੱਚ ਅੰਗਰੇਜ਼ ਅਤੇ ਮੈਸੂਰ ਮਰਾਠਾ ਯੁੱਧ ਹੋਇਆ ਸੀ। 1802 ਈਸਵੀ ਵਿੱਚ ਲਾਰਡ ਵੈਲਜ਼ਲੀ ਨੇ ਪੇਸ਼ਵਾ ਬਾਜੀ ਰਾਓ ਦੂਜੇ ਨਾਲ ਬਾਸੀਨ ਵਿਖੇ ਸਹਾਇਕ ਸੰਧੀ ਕਰ ਲਈ। ਇਸ ਨਾਲ ਮਰਾਠਾ ਸ਼ਕਤੀ ਦਾ ਪਤਨ ਹੋ ਗਿਆ। 1802 ਈਸਵੀ ਵਿੱਚ ਮਰਾਠਾ ਸਰਦਾਰ ਭੋਂਸਲੇ ਦੂਸਰਾ ਅੰਗਰੇਜ਼ਾਂ ਮਰਾਠਾ ਯੁੱਧ ਵਿੱਚ ਹਾਰ ਗਿਆ। ਉਸਨੇ 1803 ਈਸਵੀ ਵਿੱਚ ਅੰਗਰੇਜ਼ਾਂ ਨਾਲ ਦੇਵਗਾਓਂ ਦੀ ਸੰਧੀ ਕਰ ਲਈ ਅਤੇ ਉਹਨਾਂ ਨੂੰ ਕਟਕ ਅਤੇ ਬਲਾਸੌਰ ਦੇ ਪ੍ਰਦੇਸ਼ ਪ੍ਰਾਪਤ ਹੋਏ। ਇਸ ਲੜਾਈ ਵਿੱਚ ਅੰਗਰੇਜ਼ਾਂ ਨੇ ਹੋਰ ਮਰਾਠਾ ਸਰਦਾਰਾਂ ਸਿੰਧੀਆਂ ਨੂੰ ਹਰਾ ਕੇ ਉਸ ਦੇ ਨਾਲ ਸੁਰਜੀ ਅਰਜਨ ਗਾਓ ਦੀ ਸੰਧੀ ਕੀਤੀ। ਸੋ ਉਹਨਾਂ ਨੂੰ ਅਹਿਮਦਨਗਰ, ਭੜੌਚ, ਗੰਗਾ ਅਤੇ ਜਮੁਨਾ ਦੇ ਵਿਚਕਾਰਲਾ ਇਲਾਕਾ ਪ੍ਰਾਪਤ ਹੋਇਆ। ਲਾਰਡ ਵੈਲਜ਼ਲੀ ਨੇ ਕੀ ਕੀਤਾ? ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ 'ਤੇ ਵੀ ਕਬਜ਼ਾ ਕਰ ਲਿਆ। 1805 ਈਸਵੀ ਵਿੱਚ ਵੈਲਜ਼ਲੀ ਨੂੰ ਵਾਪਸ ਇੰਗਲੈਂਡ ਬੁਲਾ ਲਿਆ ਗਿਆ। ਉਸ ਤੋਂ ਬਾਅਦ ਲਾਰਡ ਕਾਰਨਵਾਲਿਸ ਨੇ ਮਰਾਠਾ ਸਰਦਾਰ ਹੋਲਕਰ, ਸਿੰਧੀਆ ਅਤੇ ਭੋਂਸਲੇ ਆਦਿ ਨਾਲ ਸਹਾਇਕ ਸੰਧੀ ਕਰ ਲਈ। ਹੁਣ ਅੰਗਰੇਜ਼ਾਂ ਅਤੇ ਗੋਰਖਿਆਂ ਦੇ ਵਿਚਕਾਰ ਯੁੱਧ ਹੋਇਆ ਸੀ 1815 ਈਸਵੀ ਵਿੱਚ ਡੇਵਿਡ ਆਕਟਲ ਦੀ ਅਗਵਾਈ ਹੇਠ, ਜਿਸ ਵਿੱਚ ਗੋਰਖਿਆਂ ਨੂੰ ਹਾਰ ਦੇਖਣੀ ਪਈ। ਸੋ ਨੇਪਾਲੀ ਉਹਨਾਂ ਨੇ ਕੀ ਕੀਤਾ ਕਿ ਇੱਥੇ ਆਪਣਾ ਅੰਗਰੇਜ਼ਾਂ ਨੇ ਸਾਮਰਾਜ ਸਥਾਪਿਤ ਕਰ ਲਿਆ। ਹੋਰ ਰਾਜਾਂ ਨੂੰ ਵੀ ਅਧੀਨ ਕੀਤਾ। 19 ਹੋਰ ਰਾਜਸਥਾਨ ਦੀਆਂ ਰਿਆਸਤਾਂ ਨੂੰ ਲਾਰਡ ਹੇਸਟਿੰਗ ਨੇ ਅੰਗਰੇਜ਼ਾਂ ਦੀ ਅਧੀਨਤਾ ਮੰਨਣ ਦੇ ਲਈ ਮਜਬੂਰ ਕਰ ਦਿੱਤਾ। ਜੈਪੁਰ, ਜੋਧਪੁਰ, ਉਦੈਪੁਰ, ਬੀਕਾਨੇਰ ਇਹਨਾਂ ਵਿੱਚੋਂ ਕੁਝ ਪ੍ਰਮੁੱਖ ਸਨ।
ਸੋ 1823 ਈਸਵੀ ਤੋਂ 1848 ਈਸਵੀ ਤੱਕ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਸੀ। 23 ਤੋਂ 28 ਤੱਕ ਲਾਰਡ ਐਮਹਰਸਟ, 28 ਤੋਂ 35 ਤੱਕ ਲਾਰਡ ਵਿਲੀਅਮ ਬੈਂਟਿੰਗ, 1836 ਤੋਂ 42 ਤੱਕ ਲਾਰਡ ਆਕਲੈਂਡ, 42 ਤੋਂ 44 ਤੱਕ ਐਲਨਵਰੋ ਔਰ 44 ਤੋਂ 48 ਤੱਕ ਲਾਰਡ ਹਾਰਡਿੰਗ। ਹੁਣ ਅਸੀਂ ਲਾਰਡ ਡਲਹੌਜੀ ਦੁਆਰਾ ਜੋ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕੀਤਾ ਗਿਆ ਉਹ ਪੜ੍ਹਨ ਜਾ ਰਹੇ ਹਾਂ। ਜਿੱਤਾਂ ਦੁਆਰਾ, ਲੈਪਸ ਦੀ ਨੀਤੀ ਦੁਆਰਾ, ਭੈੜੇ ਸ਼ਾਸਨ ਪ੍ਰਬੰਧ ਦੇ ਆਧਾਰ 'ਤੇ ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ। ਯੁੱਧਾਂ ਦੁਆਰਾ 1848 ਈਸਵੀ ਵਿੱਚ ਮੂਲ ਰਾਜ ਅਤੇ ਚਤਰ ਸਿੰਘ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ 'ਤੇ ਪੂਰੀ ਤਰ੍ਹਾਂ ਨਾਲ ਯੁੱਧ ਦਾ ਐਲਾਨ ਕਰਕੇ ਇੱਥੇ ਕਬਜ਼ਾ ਕਰ ਲਿਆ। 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ। 1850 ਵਿੱਚ ਸਿੱਕਮ 'ਤੇ ਹਮਲਾ ਕਰਕੇ ਅਤੇ 52 ਵਿੱਚ ਪ੍ਰੋਮ ਅਤੇ ਪੀਗੂ ਦੇ ਇਲਾਕੇ ਅੰਗਰੇਜ਼ੀ ਸਾਮਰਾਜ ਵਿੱਚ ਲਾਰਡ ਡਲਹੌਜੀ ਦੁਆਰਾ ਸ਼ਾਮਲ ਕਰ ਲਏ ਗਏ। ਲੈਪਸੀ ਨੀਤੀ ਦਾ ਕੀ ਭਾਵ ਸੀ ਕਿ ਭਾਰਤੀ ਰਿਆਸਤਾਂ ਨੂੰ ਜਿਹੜੇ ਵੀ ਕੋਈ ਭਾਰਤੀ ਸ਼ਾਸਕ ਦੇ ਔਲਾਦ ਨਹੀਂ ਹੁੰਦੀ ਸੀ ਉਸ ਨੂੰ ਪੁੱਤਰ ਗੋਦ ਲੈਣ ਦੀ ਮਨਾਹੀ ਕਰ ਦਿੱਤੀ ਗਈ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਜੋ ਸ਼ਾਸਨ ਸੀ ਉਹ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ। ਇਸ ਨੀਤੀ ਦੇ ਅਧੀਨ ਸਤਾਰਾ, ਸੰਬਲਪੁਰ, ਬਘਾਟ, ਉਦੈਪੁਰ, ਝਾਂਸੀ ਆਦਿ ਦੀਆਂ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ। ਸੋ ਭੈੜੇ ਸ਼ਾਸਨ ਪ੍ਰਬੰਧ ਦੁਆਰਾ ਵੀ ਲਾਰਡ ਡਲਹੌਜੀ ਨੇ 1856 ਈਸਵੀ ਵਿੱਚ ਅਵਧ ਦਾ ਸ਼ਾਸਨ ਪ੍ਰਬੰਧ ਭੈੜਾ ਹੋਣ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ। ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਕਰਨਾਟਕ, ਪੂਨਾ, ਤੰਜੌਰ, ਸੂਰਤ ਦੀਆਂ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ ਅਤੇ ਪੈਨਸ਼ਨਾਂ ਖਤਮ ਕਰਕੇ ਇੱਥੋਂ ਦੀਆਂ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ। ਸੋ ਇਹ ਅਸੀਂ ਅੰਗਰੇਜ਼ਾਂ ਦੀਆਂ ਜੋ ਸਾਜ਼ਿਸ਼ਾਂ ਸੀ ਅਤੇ ਸਾਰੇ ਇਹਨਾਂ ਦਾ ਲਾਰਡ ਡਲਹੌਜੀ ਦੁਆਰਾ, ਵਾਨ ਹੇਸਟਿੰਗ ਦੁਆਰਾ ਜੋ ਸਾਡੇ ਭਾਰਤ 'ਤੇ ਪੂਰਨ ਰੂਪ ਦੇ ਵਿੱਚ ਕਬਜ਼ਾ ਕੀਤਾ ਗਿਆ ਉਹਨੂੰ ਅਸੀਂ ਪੜ੍ਹਿਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਥੈਂਕ ਯੂ।